नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪੀਐਮ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਮੱਧ-ਪੂਰਬ ਦੇ ਹਾਲਾਤ ਤੇ ਪ੍ਰਗਟਾਈ ਚਿੰਤਾ। ਕਿਹਾ ਭਾਰਤ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਪਰ ਤਿਆਰ। ਨਾਗਰਿਕਾਂ ਨੂੰ ਅਫਵਾਹਾਂ ਤੋਂ ਬਚਣ ਤੇ ਇਕਜੁੱਟ ਰਹਿਣ ਦੀ ਅਪੀਲ। ਪ੍ਰਧਾਨ ਮੰਤਰੀ ਨੇ ਜਲ ਸੰਭਾਲ ਤੇ ਵਾਤਾਵਰਣ ਸੁਰੱਖਿਆ ਤੇ ਦਿੱਤਾ ਜ਼ੋਰ। ਤੰਦਰੁਸਤੀ ਲਈ ਯੋਗ ਨੂੰ ਅਪਣਾਉਣ ਦਾ ਦਿੱਤਾ ਸੱਦਾ। ਐਲਪੀਜੀ ਖਪਤਕਾਰਾਂ ਨੂੰ ਫਰਜ਼ੀ ਸੁਨੇਹਿਆਂ ਤੋਂ ਬਚਣ ਦੀ ਸਲਾਹ। WhatsApp, SMS ਅਤੇ ਈਮੇਲ ਰਾਹੀਂ ਭੇਜੇ ਜਾ ਰਹੇ ਨੇ ਫਰਜ਼ੀ ਸੁਨੇਹੇ। ਖਪਤਕਾਰਾਂ ਤੋਂ ਮੰਗੀ ਜਾ ਰਹੀ ਹੈ ਨਿੱਜੀ ਜਾਣਕਾਰੀ। ਹਲਵਾਰਾ 에ਅਰਪੋਰਟ ਤੋਂ ਮਈ 'ਚ ਸ਼ੁਰੂ ਹੋਣਗੀਆਂ ਉਡਾਣਾਂ। ਅਪ੍ਰੈਲ ਤੋਂ ਟਿਕਟਾਂ ਬੁੱਕ ਕਰਵਾ ਸਕਣਗੇ ਯਾਤਰੀ। रेल राज मंत्री रवनीत बिट्टू ने किया रस्मी ऐलान। शुरुआती पड़ाव च लुधियाना तो दिल्ली विचाले चलेगी सीधी उड़ान। अमृतसर पुलिस के हथ लगी वड्डी सफलता। 2 मशीन गन और खाली मैगजीन बरामद। फरार दोषियों की भाल लई छापेमारी जारी। थाना छेटा विखे आर्म्स एक्ट तहत मामला दर्ज। ਤੇ ਐਸਜੀਪੀਸੀ ਵੱਲੋਂ 1487.41 ਕਰੋੜ ਦਾ ਬਜਟ ਪਾਸ। ਪਿਛਲੇ ਸਾਲ ਨਾਲੋਂ 100.94 ਕਰੋੜ ਰੁਪਏ ਵੱਧ ਦਾ ਬਜਟ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਤਨਖਾਹ ਲਈ ਰੱਖੇ 6.08 ਅਰਬ ਰੁਪਏ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪੱਛਮੀ ਏਸ਼ੀਆ ਵਿੱਚ ਪੈਦਾ ਹੋਈ ਸਥਿਤੀ ਕਰਕੇ ਊਰਜਾ ਸਪਲਾਈ ਤੇ ਪਏ ਅਸਰ ਪ੍ਰਤੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਤੇਲ ਨੂੰ ਲੈ ਕੇ ਸੰਕਟ ਉੱਭਰ ਸਕਦਾ ਹੈ। ਮੌਜੂਦਾ ਸਮੇਂ ਨੂੰ ਚੁਣੌਤੀਪੂਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਸ ਸਥਿਤੀ ਦਾ ਡਟ ਕੇ ਟਾਕਰਾ ਕਰੇਗਾ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਇਕਜੁੱਟ ਰਹਿਣ ਦੀ ਅਪੀਲ ਕੀਤੀ। सभी देशवासियों से फिर यह आग्रह करूंगा कि हमें एकजुट होकर इस चुनौती से बाहर निकलना है। जो लोग इस विषय पर भी राजनीति कर रहे हैं उन्हें राजनीति नहीं करनी चाहिए। यह देश के 140 करोड़ देशवासियों के हित से जुड़ा विषय है। इसमें स्वार्थ भरी राजनीति का कोई स्थान नहीं है। ऐसे में जो भी लोग अफवाह फैला रहे हैं वे देश का बहुत बड़ा नुकसान कर रहे हैं। मैं सभी देशवासियों से अपील भी करूंगा कि वो जागरूक रहे, अफवाहों के बहकावे में न आए। सरकार की तरफ से जो आपको निरंतर जानकारी दी जा रही है उस पर भरोसा करें और उसी पर विश्वास करके कोई कदम उठाएं। ਪ੍ਰਧਾਨ ਮੰਤਰੀ ਨੇ ਜਲ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਜਲ ਸੰਚੈ ਅਭਿਆਨ ਅਤੇ ਅੰਮ੍ਰਿਤ ਸਰੋਵਰ ਅਭਿਆਨ ਦਾ ਜ਼ਿਕਰ ਕਰਦਿਆਂ ਸਾਰਿਆਂ ਨੂੰ ਪਾਣੀ ਬਚਾਉਣ ਲਈ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਦੇ ਫਾਇਦਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਲੋਕ ਆਤਮ ਨਿਰਭਰ ਬਣ ਰਹੇ ਨੇ। आर्टिफिशियल वाटर हार्वेस्टिंग स्ट्रक्चर बनाए गए हैं। मुझे देखकर अच्छा लगता है कि अब जल संकट से निपटने के लिए गांव-गांव में सामुदायिक स्तर पर प्रयास होने लगे हैं। कहीं पुराने तालाबों की सफाई हो रही है, कहीं बरसात के जल को सहेजने के लिए प्रयास किया जा रहा है। अमृत सरोवर अभियान के तहत भी देश भर में करीब 70,000 अमृत सरोवर बनाए गए हैं। बारिश का मौसम आने से पहले इन सरोवरों की साफ सफाई भी शुरू हो गई है। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤੰਦਰੁਸਤ ਰਹਿਣ ਲਈ ਯੋਗ ਨੂੰ ਅਪਣਾਉਣ ਦਾ ਸੱਦਾ ਦਿੱਤਾ। ਨਾਲ ਹੀ ਉਨ੍ਹਾਂ ਖੰਡ ਅਤੇ ਤੇਲ ਦੀ ਖਪਤ ਘਟਾਉਣ ਦੀ ਸਲਾਹ ਦਿੱਤੀ। 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਦੇ ਫਾਇਦਿਆਂ ਦਾ ਹਵਾਲਾ ਦਿੱਤਾ। पूरी दुनिया में योग के प्रति आकर्षण भी लगातार बढ़ रहा है। मैं आप सभी से आग्रह करूंगा कि आप भी शुगर इंटेक को कम करें और जैसा मैंने पहले भी कहा है हमें खाने के तेल में 10% की कटौती भी करनी है। इन छोटे छोटे प्रयासों से आप मोटापे और लाइफस्टाइल से जुड़ी बीमारियों से दूर रहेंगे।
ਪ੍ਰਧਾਨ ਮੰਤਰੀ ਨੇ ਮਾਈ ਭਾਰਤ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ, ਜਿਸ ਨੇ ਬਜਟ ਕੁਐਸਟ ਰਾਹੀਂ ਲੱਖਾਂ ਨੌਜਵਾਨਾਂ ਨੂੰ ਨੀਤੀਆਂ ਤੈਅ ਕਰਨ ਦੀ ਪ੍ਰਕਿਰਿਆ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ। हाल ही में माय भारत द्वारा बजट फेस्ट का आयोजन किया गया। इसका मकसद था देश भर के युवाओं को बजट प्रक्रिया और नीति निर्माण से जोड़ना। इससे जुड़ी क्विज में देश भर से करीब 12 लाख युवाओं ने हिस्सा लिया। क्विज के बाद करीब 1,60,000 प्रतिभागियों को निबंध प्रतियोगिता के लिए चुना गया। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਗਿਆਨ ਭਾਰਤਮ ਸਰਵੇਖਣ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਹੈ, ਜੋ ਭਾਰਤ ਦੀ ਮਹਾਨ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਲੋਕਾਂ ਦੀ ਭਾਗੀਦਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੰਤਵ ਦੇਸ਼ ਭਰ ਦੀਆਂ ਹੱਥ ਲਿਖਤਾਂ ਬਾਰੇ ਜਾਣਕਾਰੀ ਇਕੱਠੀ ਕਰਨਾ ਹੈ। ਇਸ ਯਤਨ ਵਿੱਚ ਯੋਗਦਾਨ ਲਈ ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ ਦੇ ਅਮਿਤ ਸਿੰਘ ਰਾਣਾ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸਿੰਘ ਰਾਣਾ ਨੇ ਗੁਰਮੁਖੀ ਲਿਪੀ ਵਿੱਚ ਕਈ ਹੱਥ ਲਿਖਤਾਂ ਸਾਂਝੀਆਂ ਕੀਤੀਆਂ ਨੇ। आपके पास अगर कोई मैन्युस्क्रिप्ट है, पांडुलिपि है या उसके बारे में जानकारी है, तो उसकी फोटो ज्ञान भारतम ऐप पर जरूर साझा करें। अमृतसर के भाई अमित सिंह राणा ने गुरुमुखी लिपि में पांडुलिपि शेयर की है। यह हमारी महान सिख परंपरा और पंजाबी भाषा से जुड़ी लिपि है। ਅਮਿਤ ਸਿੰਘ ਰਾਣਾ ਨੇ ਹੱਥ ਲਿਖਤਾਂ ਨੂੰ ਸੰਭਾਲਣ ਦੇ ਆਪਣੇ ਸਮੁੱਚੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਸ਼ੁਰੂਆਤੀ ਤੌਰ ਤੋਂ ਲੈ ਕੇ ਗੁਰਮੁਖੀ ਲਿਪੀ ਦੀਆਂ ਹੱਥ ਲਿਖਤਾਂ ਦੀ ਸਾਂਭ ਸੰਭਾਲ ਬਾਰੇ ਦੱਸਿਆ ਹੈ। ਇਸ ਖਾਸ ਗੱਲਬਾਤ ਵਿੱਚ ਰਾਣਾ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਉਨ੍ਹਾਂ ਵੱਲੋਂ ਹੱਥ ਲਿਖਤਾਂ ਨੂੰ ਸੰਭਾਲਣ ਲਈ ਪਾਏ ਗਏ ਯੋਗਦਾਨ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਦੀਆਂ ਹੱਥ ਲਿਖਤਾਂ ਨੂੰ ਗਿਆਨ ਭਾਰਤਮ ऐप ਰਾਹੀਂ ਸਾਂਝਾ ਕੀਤਾ। साथ इसी बीच में वर्ष 2010 में मुझे राष्ट्रीय पांडुलिपि मिशन के साथ जुड़ने का मौका मिला। राष्ट्रीय पांडुलिपि मिशन के साथ मैंने भारत के विभिन्न राज्यों में जाकर रिसोर्स पर्सन के तौर पर पांडुलिपियों के संरक्षण के बारे में लोगों को, संस्थाओं को जागृत करने का काम किया और उन्हें मैन्युस्क्रिप्ट को कैसे प्रिजर्व किया जाता है, कैसे सुरक्षित किया जाता है, इसके लिए विभिन्न जगहों पर मैंने प्रोग्राम किए। ਐਲਪੀਜੀ ਖਪਤਕਾਰਾਂ ਨੂੰ WhatsApp, SMS ਅਤੇ ਈਮੇਲ ਜ਼ਰੀਏ ਫਰਜ਼ੀ ਸੁਨੇਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਉਹਨਾਂ ਨੂੰ ਰਜਿਸਟਰ ਕਰਨ, KYC ਅਪਡੇਟ ਕਰਨ ਅਤੇ ਐਮਰਜੈਂਸੀ ਸਿਲੰਡਰ ਬੁੱਕ ਕਰਨ ਲਈ ਆਖਿਆ ਜਾਂਦਾ ਹੈ। ਡੀਡੀ ਨਿਊਜ਼ ਵੱਲੋਂ ਕੀਤੀ ਗਈ ਪੜਤਾਲ ਦੇ ਮੁਤਾਬਿਕ ਅਜਿਹੇ ਸੁਨੇਹਿਆਂ ਰਾਹੀਂ ਫਿਸ਼ਿੰਗ ਲਿੰਕ ਭੇਜੇ ਜਾ ਰਹੇ ਨੇ ਤਾਂ ਕਿ ਖਪਤਕਾਰਾਂ ਦੀ ਨਿੱਜੀ ਅਤੇ ਬੈਂਕਿੰਗ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਸ ਜਾਣਕਾਰੀ ਨੂੰ ਖਪਤਕਾਰਾਂ ਨਾਲ ਠੱਗੀ ਮਾਰਨ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਕਿਸੇ ਵੀ ਸ਼ੱਕੀ ਲਿੰਕ ਤੇ ਕਲਿੱਕ ਨਾ ਕਰੋ ਅਤੇ ਆਪਣੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕਰੋ। ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਲੰਬਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਮਈ ਦੇ ਅੱਧ ਤੋਂ ਹਲਵਾਰਾ ਤੋਂ 2 ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦੀ ਬੁਕਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਸ਼ੁਰੂ ਹੋ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰ ਦੱਸਿਆ ਹੈ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ ਅਤੇ ਪਹਿਲੀ ਉਡਾਣ 10 ਤੋਂ 15 ਮਈ ਦੇ ਵਿਚਕਾਰ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਦਿੱਲੀ ਅਤੇ ਹਲਵਾਰਾ ਦਰਮਿਆਨ ਰੋਜ਼ਾਨਾ 2 ਉਡਾਣਾਂ ਚੱਲਣਗੀਆਂ, ਜਿਸ ਲਈ 160 ਸੀਟਾਂ ਵਾਲੇ A320 ਇਕਾਨਮੀ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਬਿੱਟੂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਯਾਤਰਾ, ਵਪਾਰ ਅਤੇ ਆਰਥਿਕ ਵਿਕਾਸ ਨੂੰ ਵੱਡਾ ਹੁੰਗਾਰਾ ਮਿਲੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਗੁਜਰਾਤ ਦੇ ਰਾਜਕੋਟ ਕੌਮਾਂਤਰੀ ਹਵਾਈ ਅੱਡੇ ਤੋਂ ਵੱਖ-ਵੱਖ ਹਵਾਈ ਅੱਡਿਆਂ ਤੇ ਨਵੀਆਂ ਜਨਤਕ ਸਹੂਲਤਾਂ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਉਦਘਾਟਨੀ ਸਮਾਰੋਹ ਦਾ ਆਦਮਪੁਰ ਹਵਾਈ ਅੱਡੇ ਤੇ ਵੀ ਸਿੱਧਾ ਪ੍ਰਸਾਰਣ ਕਰਕੇ ਯਾਤਰੀਆਂ ਤੇ ਏਅਰਪੋਰਟ ਸਟਾਫ ਨੂੰ ਦਿਖਾਇਆ ਗਿਆ। ਕੇਂਦਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਜਨਤਕ ਸੇਵਾਵਾਂ ਵਿੱਚ ਉਡਾਨ ਯਾਤਰੀ ਕੈਫੇ, ਮੁਫਤ ਵਾਈਫਾਈ ਅਤੇ ਲਾਇਬ੍ਰੇਰੀਆਂ ਬਣਾਈਆਂ ਗਈਆਂ ਨੇ, ਜਿਨ੍ਹਾਂ ਨੂੰ ਫਲਾਈਬ੍ਰੇਰੀ ਦਾ ਨਾਂ ਦਿੱਤਾ ਗਿਆ ਹੈ। ਯਾਤਰੀਆਂ ਦੇ ਸਮੇਂ ਦੀ ਬਚਤ ਲਈ ਡੀਜੀ ਯਾਤਰਾ ਦੇ ਵਿਸਥਾਰ ਅਤੇ ਬਾਇਓਮੈਟ੍ਰਿਕ ਬੋਰਡਿੰਗ ਸਿਸਟਮ ਵਰਗੀਆਂ ਸਹੂਲਤਾਂ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹਵਾਈ ਅੱਡਿਆਂ ਤੇ ਨਵੇਂ ਮੈਡੀਕਲ ਸਹਾਇਤਾ ਕੇਂਦਰ ਅਤੇ ਬੱਚਿਆਂ ਲਈ ਪਲੇ ਏਰੀਆ ਵਰਗੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਨੇ। ਇਸ ਉਦਘਾਟਨੀ ਸਮਾਗਮ ਦੌਰਾਨ ਕੇਂਦਰੀ ਮੰਤਰੀ ਰਾਮਮੋਹਨ ਨਾਇਡੂ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਛੋਟੇ ਸ਼ਹਿਰਾਂ ਨੂੰ ਹਵਾਈ ਮਾਰਗਾਂ ਨਾਲ ਜੋੜਨਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਮੰਤਵ ਸਿਰਫ ਹਵਾਈ ਅੱਡਿਆਂ ਦੀ ਗਿਣਤੀ ਵਧਾਉਣ ਨਹੀਂ, ਸਗੋਂ ਯਾਤਰੀਆਂ ਨੂੰ ਮਿਲਣ ਵਾਲੀਆਂ ਸੇਵਾਵਾਂ ਦੇ ਮਿਆਰ ਨੂੰ ਵਿਸ਼ਵ ਪੱਧਰੀ ਬਣਾਉਣਾ ਹੈ। ਇਸ ਦੌਰਾਨ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਵੀ ਮੌਜੂਦ ਰਹੇ ਅਤੇ ਉਹਨਾਂ ਨੇ ਵੀ ਆਦਮਪੁਰ ਹਵਾਈ ਅੱਡੇ ਤੇ ਸਿੱਧਾ ਪ੍ਰਸਾਰਣ ਦੇਖਿਆ। ਵਿਧਾਇਕ ਕੋਟਲੀ ਨੇ ਕੇਂਦਰ ਸਰਕਾਰ ਦਾ ਹਵਾਈ ਅੱਡਿਆਂ ਤੇ ਜਨਤਕ ਸਹੂਲਤਾਂ ਸ਼ੁਰੂ ਕਰਨ ਲਈ ਧੰਨਵਾਦ ਕੀਤਾ। मंत्री साहबान जो वक्त जन सुविधाएं के लिए वो आज उद्घाटन कर रहे हैं, जैसे ये बहुत अच्छा कदम है कि एयरपोर्ट पर लाइब्रेरीज़ बच्चों के खेलने के लिए और जन सुविधाएं जो है उससे हम बहुत खुश हैं कि जहां पूरे देश में हर एक जो हमारे डोमेस्टिक एयरपोर्ट्स हैं उन पे ये सुविधाओं का अच्छा शुरुआत हुआ है। और उसमें हमारा आदमपुर का भी जो एयरपोर्ट है, मैं जहां का एमएलए हूं, आज इस कार्यक्रम में हिस्सा लेने के लिए आया और मैं खुशी जाहिर कर रहा हूं कि हमारे पूरे पंजाब के लोग जहां आदमपुर एयरपोर्ट पे आते हैं और जहां से जाते हैं उनको बहुत इन जन सुविधाओं का लाभ होगा, तो हम बहुत खुश हैं। उधर आदमपुर हवाई अड्डे के डायरैक्टर पुष्पिंदर कुमार निराला ने कहा कि केंद्र सरकार वालों शुरू की गई जनतक सेवावां आदमपुर हवाई अड्डे ते आने वाले यात्रियों लिए काफ़ी अहम और लाभदायक सिद्ध होणगियां। आज माननीय प्रधानमंत्री जी के विजन के अनुरूप केंद्रीय नागर विमानन मंत्री जी द्वारा भारत के 7 एयरपोर्टों पर नई सुविधाओं का उद्घाटन किया गया। इन सुविधाओं के कारण देश के 50 एयरपोर्ट लाभान्वित होंगे। आदमपुर में भी मंत्री जी द्वारा फ्री वाईफाई, किड जोन तथा फ्लाईवेरी जैसी सुविधाओं का उद्घाटन किया। आदमपुर एयरपोर्ट से प्रतिदिन लगभग 500 व्यक्ति यात्रा करते हैं, जिसके कारण उन 500 व्यक्तियों को इससे लाभ मिलेगा। अमृतसर पुलिस ने वड्डी सफलता हासिल करदियां नाकेबंदी दौरान गैर कानूनी हथियारों की तस्करी नूं नाकाम किया है। पुलिस ने 2 9mm सब मशीन गन और एक खाली मैगजीन बरामद की है। मुढ़ली जांच में खुलासा होया कि गैंगस्टर गुरप्रीत सिंह उर्फ गोल्डी नाल संबंध ने और खेप पंजाब भर में अपराधिक और देश विरोधी गतिविधियां लई वरती जानी सी। इस संबंधी अमृतसर के थाना छेटा में आर्म्स एक्ट तहत मामला दर्ज कर लिया गया है। पुलिस वालों फरार दोषियों की पछाण और पूरे नैटवर्क को तोड़न लई अगलेरी जांच जारी है। श्रोमणी गुरुद्वारा प्रबंधक कमेटी का साल 2026-27 ਲਈ 1487.41 करोड़ रुपए का बजट पास हो गया है। कमेटी के जनरल सकत्तर शेर सिंह मंडवाला ने यह बजट पेश किया। इस बार के बजट में पिछले साल नालों 100 करोड़ रुपए तो वध इजाफा किया गया है। पिछले साल नालों इस बार 7.28% वाधे का बजट पास होया है। इस दे नाल ही कमेटी वालों कुछ अहम तजवीज़ां पास की गई, जिन्हां में सिख कौम नाल जुड़े धार्मिक, समाजिक और सियासी मसले प्रमुख रहे। बजट इजलास दौरान सिक्खी पछाण की राखी को लैके गंभीर चिंता प्रगटाई गई। इस तो इलावा पंजाब सरकार वालों लिआंदे जा रहे पवित्र धार्मिक ग्रंथों की बेअदबी रोकू बिल 2025 से भी टिप्पणी की गई। श्रोमणी कमेटी वालों श्री गुरु ग्रंथ साहिब सत्कार एक्ट 2008 में किसी भी तरह का भी सोध का विरोध किया गया और कहा कि इस धार्मिक कानून में दखल अंदाजी बर्दाश्त नहीं की जाएगी। 2026 ਤੇ 2027 ਦਾ टोटल एस्टीमेट जिहड़ा बजट आ 14 अरब 87 करोड़ 41 लाख 80 हज़ार रुपए पिछले साल नालों 1 अरब 94 लाख रुपए 7.28% जिहड़ी आ ਇਹ पिछले साल नालों ग्रोथ होई आ। मोहाली में शेख भारत श्रेष्ठ भारत के मकसद नाल भारत सरकार के युवा विभाग वालों माई भारत प्रोग्राम तहत भारत के निर्माण में सहाई नौजवानों को एक दूजे राज के बारे जानकारी हासिल करने और देश की मजबूती लिए उलीकिया गया एक्सचेंज प्रोग्राम का अज आखिरी दिन से। इस प्रोग्राम की अगवाई युवा महकमे की डिप्टी डायरैक्टर और सूबा इंचार्ज रशमीत कौर ने मोहाली के जिला युवा अधिकारी ईशा गुप्ता के सहयोग नाल की। इस प्रोग्राम में कश्मीर के वक्-वक् जिलों नाल संबंधित नौजवानों को 6 दिनों में पंजाब चंडीगढ़ दी वक्-वक् थावां ते लिजाया गया। उन्होंने मिल्क प्लांट वेरका मोहाली विखे फेरी दौरान उत्थे चल रहे दुध प्रोसैसिंग, हाइजीन, पैकिंग और वंड बारे जाणू करवाया गया। इस दे नाल ही उन्होंने पंजाब की मां बोली पंजाबी भी सीखी और कश्मीरी भाषा भी सिखाई। आखिरी दिन निप्पर मोहाली विखे कश्मीरी पहरावे, खाण पीण और होर वस्तां की प्रदर्शनी लगाई गई। प्रसार भारती नाल गलबात करदिआं इन्हां दोवां अधिकारियों ते कश्मीरी बच्चियां ते उन्हां नाल आए इंचार्ज ने अपने विचार साझे करते हुए इस प्रोग्राम लई भारत सरकार का धन्नवाद किया और अपने तजर्बे साझे किए। ये प्रोग्राम हमने 24 से 29 मार्च को नाइपर में आयोजित किया था, सेक्टर 67। कश्मीर के 6 जिलों से 120 बच्चे जो हैं वो यहाँ पे आए हैं विद टीम लीडर्स, यानी कि टोटल 132 हमारे पास पार्टिसिपेंट्स जो एज 18 to 25 हैं।
अलग अलग कॉलेजेस से, अलग अलग स्कूलों से वो यहाँ पे आए हैं। It's not only the exposure that we miss in Kashmir. Many states have many things that they're special for. There is immense beauty. There is serene nature in our Kashmir. But all these industries, when we come to try different cultures, different food, how the economies of other states work, how the money flows in different directions in all over the country. जो हमारा यहाँ पे यूथ एक्सचेंज प्रोग्राम था, एज वी ऑल नो हम एक ऐसे देश में रहते हैं जहाँ पे डिफरेंट कल्चर्स हैं, डिफरेंट रिलीजन्स हैं, डिफरेंट लैंग्वेज हैं। तो अब दिस इज़ नॉट पॉसिबल कि हम हर एक जगह पे जाके हर एक चीज़ सीख सकें। तो मेरा युवा हम इसकी मदद से या क्या ये जो भी चीज़ें ये इवेंट्स करवा रहे हैं, सो इसकी वजह से हम डिफरेंट स्टेट्स में जाके वहाँ के कल्चर को हम देख पा रहे हैं या अपना कल्चर उनके साथ शेयर कर। ਕਪੂਰਥਲਾ ਪੁਲਿਸ ਨੇ 50 ਲੱਖ ਰੁਪਏ ਦੀ ਫਰੌਤੀ ਮੰਗਣ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਗੌਰਵ ਤੁਰਾ ਨੇ ਦੱਸਿਆ ਕਿ ਕਬੀਰਪੁਰ ਪੁਲਿਸ ਥਾਣੇ ਦੇ ਅਧੀਨ ਪੈਂਦੇ ਪਿੰਡ ਅਲੀ ਕਲਾਂ ਦੇ ਇੱਕ ਵਿਅਕਤੀ ਨੂੰ ਵਿਦੇਸ਼ ਆਧਾਰਿਤ ਅਪਰਾਧਿਕ ਸਿੰਡੀਕੇਟ ਵੱਲੋਂ ਫਿਰੌਤੀ ਲਈ ਕਾਲ ਕੀਤੀ ਗਈ ਸੀ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਅਪਰਾਧੀਆਂ ਦੀ ਪੈੜ ਨੱਪਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ ਤੇ .32 ਬੋਰ ਦਾ ਦੇਸੀ ਕੱਟਾ ਬਰਾਮਦ ਹੋਇਆ ਹੈ। ਜਿਹਦੇ ਵਿੱਚ ਫੋਰਨ ਬੇਸਡ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਦਾ ਇੱਕ ਐਕਸਟੋਰਸ਼ਨ ਰੈਕਟ ਬਸਟ ਕੀਤਾ ਗਿਆ, ਜਿਹਦੇ ਵਿੱਚ 3 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ। ਇਹਨਾਂ ਫੋਰਨ ਬੇਸਡ ਕ੍ਰਿਮੀਨਲ ਵੱਲੋਂ ਕਬੀਰਪੁਰ ਥਾਣਾ ਏਰੀਆ ਦੇ ਆਲੀ ਕਲਾਂ ਪਿੰਡ ਦੇ ਵਿੱਚ 50 ਲੱਖ ਰੁਪਏ ਦੀ ਫਿਰੌਤੀ ਦੀ ਕਾਲ ਕੀਤੀ ਗਈ ਸੀ। ਤੁਰੰਤ ਹੀ ਉੱਥੇ ਮੁਕੱਦਮਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਉਹਦੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਸੀ। ਕਾਰਵਾਈ ਕਰਦੇ ਹੋਏ ਬੜੀ ਢੁਕਵਾਈ ਨਾਲ 100 ਕਿਲੋਮੀਟਰ ਤੋਂ ਬਾਅਦ ਉਹਨਾਂ ਨੂੰ ਫੋਲੋ ਕੀਤਾ ਗਿਆ ਤੇ ਟੈਕਨੀਕਲ ਐਨਾਲਿਸਿਸ ਕੀਤਾ ਗਿਆ। ਉਹਦੇ ਬਾਅਦ ਦੋਸ਼ੀਆਂ ਨੂੰ ਨੌਸ਼ਹਿਰਾ ਪੰਨੂਆ ਏਰੀਆ ਦੇ ਵਿੱਚ ਟਰੈਕ ਡਾਊਨ ਕੀਤਾ ਗਿਆ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।